ਸ਼ਲੋਕ ਮਹਿਲਾ ਪਹਿਲਾ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂੰ ਰੁੱਤ ਹੋਏ। ਨਾਨਕ ਪਾਹੈ ਬਾਹਰਾ, ਕੋਰੈ ਰੰਗ ਨ ਸੋਏ। ਪੈ ਵਿੱਚ ਖੁੰਭ ਚੜਾਈਐ, ਸ਼ਰਮ ਪਾਹ ਤਨ ਹੋਏ। ਨਾਨਕ ਭਗਤੀ ਜੇ ਰਪੈ, ਕੂੜੈ ਸੋਏ ਨ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸ਼ਲੋਕ ਵਿੱਚ ਸਾਡੀ ਸਮਝ ਵਿੱਚ ਆਉਣ ਲਈ ਧੰਨ ਗੁਰੂ ਨਾਨਕ ਦੇਵ ਜੀ ਨੇ ਦੋ ਦ੍ਰਿਸ਼ਟਾਂਤ ਦਿੱਤੇ ਹਨ। ਪਹਿਲੀਆਂ 3 ਤੁਕਾਂ ਵਿੱਚ ਖੇਤੀ ਬੀਜਣ ਦਾ ਤੇ ਦੂਜੀਆਂ 3 ਤੁਕਾਂ ਵਿੱਚ ਕੱਪੜਾ ਰੰਗਣ ਦਾ। ਪਹਿਲੇ ਦ੍ਰਿਸ਼ਟਾਂਤ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਵੇਂ ਸਾਬਤ ਦਾਣਾ ਹੀ ਬੀਜਿਆ ਉਗ ਸਕਦਾ। ਜੇ ਦਾਣਾ 2 ਫਾੜ ਹੋ ਜਾਏ, ਦਲ ਦਿੱਤਾ ਜਾਏ ਤਾਂ ਨਹੀਂ ਉਗਦਾ। ਇਸੇ ਤਰ੍ਹਾਂ ਜੇ ਮਨ 2 ਫਾੜ ਰਹੇ, ਭਾਵ ਜੇ ਅੰਦਰ 2 ਚਿਤਾਪਨ ਰਹੇ, ਤਾਂ ਨਾਮ ਬੀਜ ਉਗ ਨਹੀਂ ਸਕਦਾ, ਵੱਧ ਫੁੱਲ ਨਹੀਂ ਸਕਦਾ। ਬੜੇ ਧਿਆਨ ਨਾਲ ਸ਼ਲੋਕ ਪੜ੍ਹੋ ਵੀ ਤੇ ਵਿਚਾਰ ਵੀ ਕਰੋ। ਸੱਚਮੁੱਚ ਗੁਰੂ ਨੇ ਬੜੀ ਕਿਰਪਾ ਕੀਤੀ, ਸਾਰੇ ਪਾਸਿਆਂ ਤੋਂ ਨਿਸ਼ਚਿੰਤ ਕਰ ਦਿੱਤਾ। ਤੇ ਜੇ ਹੁਣ ਵੀ ਗੁਰੂ ਵੱਲ ਮੂੰਹ ਨਾ ਕਰੀਏ, ਫਿਰ ਗੁਰੂ ਦੇ ਦੇਣਦਾਰ ਬਣ ਜਾਵਾਂਗੇ। ਆਓ ਸਾਧ ਸੰਗਤ ਜੀ ਵਿਚਾਰ ਕਰੀਏ, ਗੁਰੂ ਨਾਨਕ ਪਾਤਸ਼ਾਹ ਕੀ ਕਹਿ ਰਹੇ। ਕਹਿੰਦੇ ਸੱਚ ਕਾਲ। ਹੁਣ ਕਾਲ ਸਮੇਂ ਨੂੰ ਵੀ ਕਹਿੰਦੇ ਨੇ, ਪਰ ਇੱਥੇ ਕਾਲ ਦਾ ਮਤਲਬ ਹੈ ਜਿਸ ਚੀਜ਼ ਦਾ ਕਾਲ ਪੈ ਜਾਏ, ਜਿਸ ਚੀਜ਼ ਦੀ ਥੋੜ ਹੋ ਜਾਏ। ਕਈ ਵਾਰ ਐਸਾ ਹੁੰਦਾ ਹੈ ਕਿ ਜਿਹੜੇ ਬਲੈਕ ਮਾਰਕੀਟੀਏ ਨੇ ਉਹ ਸਮਾਨ ਲੁਕੋ ਲੈਂਦੇ ਨੇ, ਅੰਦਰ ਜਮ੍ਹਾਂ ਕਰ ਲੈਂਦੇ। ਲੋਕਾਂ ਕੋਲ ਪੈਸੇ ਹੁੰਦਿਆਂ ਸੰਦਿਆਂ ਮਾਰਕੀਟ ਵਿੱਚ ਉਹ ਚੀਜ਼ ਨਹੀਂ ਮਿਲਦੀ। ਲੋਕ ਦੁਖੀ ਹੁੰਦੇ ਨੇ ਤੇ ਕਹਿੰਦੇ ਨੇ ਬਈ ਕਾਲ ਪੈ ਗਿਆ, ਫਲਾਣੀ ਚੀਜ਼ ਦਾ ਕਾਲ ਪੈ ਗਿਆ, ਭਾਵ ਥੋੜ ਹੋ ਗਈ, ਕਮੀ ਹੋ ਗਈ, ਨਹੀਂ ਲੱਭ ਰਿਹਾ। ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਸੱਚ ਕਾਲ। ਸੱਚ ਦਾ ਕਾਲ ਪੈ ਗਿਆ, ਭਾਵ ਅਸਲੀਅਤ ਦੀ ਪਰਖ ਨਹੀਂ ਰਹੀ ਤੇ ਕੂੜ ਵਰਤਿਆ। ਉਹ ਜਿਵੇਂ ਮਹਾਰਾਜ ਨੇ ਭਾਈ ਲਾਲੋ ਜੀ ਨੂੰ ਕਿਹਾ ਸੀ ਨਾ, ਭਾਈ ਲਾਲੋ ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਸੱਚਮੁੱਚ ਉਹ ਹਾਲਤ ਹੋ ਗਈ। ਸੱਚ ਕਾਲ ਕੂੜ ਵਰਤਿਆ, ਕੂੜ ਦਾ ਪ੍ਰਭਾਵ ਹੋ ਗਿਆ ਤੇ ਸੱਚ ਦਾ ਕਾਲ ਪੈ ਗਿਆ। ਜਦੋਂ ਸੱਚ ਦੀ ਥੋੜ ਹੋ ਜਾਏ ਫਿਰ ਕਹਿਣਾ ਪੈਂਦਾ। ਬਾਬੇ ਨੇ ਤੇ ਕਿਹਾ ਸੀ, ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ। ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕਾਂ ਚੜਿਆ। ਸੱਚ ਕਾਲ ਕੂੜ ਵਰਤਿਆ। ਸੱਚਮੁੱਚ ਅੱਜ ਕੂੜ ਦੀ ਕਿਤਨੀ ਪ੍ਰਧਾਨਤਾ।
ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਇਸ ਕਲਯੁਗ ਦੀ ਕਾਲਖ ਦੇ ਨਾਲ ਬੰਦੇ ਬੇਤਾਲ ਹੋ ਗਏ, ਭੂਤਨੇ ਬਣ ਗਏ। ਜਿਵੇਂ ਆਮ ਮਿਸਲ ਮਸ਼ਹੂਰ ਹੈ, ਤਾਲੋਂ ਕੁੱਥੀ ਡੂਮਣੀ ਗਾਵੇ ਆਲ ਪਤਾਲ। ਅੱਜ ਸਾਡੇ ਪੰਥਕ ਆਗੂ ਹੀ ਬੇਤਾਲ ਹੋ ਗਏ। ਪਰ ਨਾਲ ਹੀ ਬਾਬੇ ਨੇ ਕਿਹਾ, ਯਾਦ ਰੱਖੋ, ਬੀਓ ਬੀਜ ਪੱਤ ਲੈ ਗਏ। ਜਿਨ੍ਹਾਂ ਨੇ ਨਾਮ ਦਾ ਬੀਜ ਬੀਜਿਆ, ਬੀਓ ਦਾ ਮਤਲਬ ਹੈ ਬੀਜ, ਨਾਮ ਰੂਪੀ। ਬੀਜ ਦੇ ਜੱਜੇ ਨੂੰ ਸਿਆਰੀ ਹੈ, ਬੀਜ ਕੇ। ਜਿਨ੍ਹਾਂ ਨੇ ਨਾਮ ਦਾ ਬੀਜ ਬੀਜਿਆ, ਪੱਤ ਲੈ ਗਏ। ਪੱਤ ਦੇ ਤੱਤੇ ਨੂੰ ਸਿਆਰੀ, ਉਹ ਇੱਜ਼ਤ ਲੈ ਗਏ। ਉਹਨਾਂ ਦੀ ਸੰਸਾਰ ਵਿੱਚ ਸ਼ੋਭਾ ਹੋ ਰਹੀ, ਕਿਉਂਕਿ ਉਹਨਾਂ ਨੇ ਨਾਮ ਬੀਜਿਆ। ਪਰ ਹੁਣ ਤੇ ਹਾਲਤ ਬੜੀ ਖਰਾਬ ਹੈ। ਅਬ ਕਿਉਂ ਉਗਵੈ ਦਾਲ। ਹੁਣ ਤੇ ਦਾਲ ਹੋਈ ਪਈ ਹੈ। ਦਾਲ ਕਿਹਨੂੰ ਕਹਿੰਦੇ ਨੇ? ਸਾਰੇ ਜਾਣਦੇ ਨੇ। ਜਦੋਂ ਛੋਲਿਆਂ ਦੀ ਦਾਲ ਬਣ ਜਾਏ, ਮੂੰਗੀ ਦੀ ਦਾਲ ਬਣ ਜਾਏ, ਮਾਂ ਦੀ ਦਾਲ ਬਣ ਜਾਏ, ਭਾਵ ਦੋ ਫਾੜ ਹੋ ਜਾਏ, ਫਿਰ ਉਹਨੂੰ ਕੋਈ ਧਰਤੀ ਵਿੱਚ ਬੀਜੇ, ਉਹਦੀ ਮੂਰਖਤਾ, ਉਹ ਨਹੀਂ ਉਗ ਸਕਦੀ। ਉਹਦੇ ਉਗਣ ਦਾ ਕੋਈ ਉਮੀਦ ਹੀ ਨਹੀਂ। ਕੈਸੇ ਸੱਚ ਦੇ ਸ਼ਬਦ ਬਾਬੇ ਨੇ ਕਹੇ। ਬਾਬੇ ਨੇ ਤੇ ਬਾਂਹ ਉਲਾਰ ਕੇ ਕਿਹਾ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਬੀਓ ਬੀਜ ਪੱਤ ਲੈ ਗਏ, ਅਬ ਕਿਉਂ ਉਗਵੈ ਦਾਲ। ਭਾਈ, ਜਿਨ੍ਹਾਂ ਨੇ ਨਾਮ ਰੂਪੀ ਬੀਜ ਬੀਜੇ, ਉਹ ਤੇ ਸੰਸਾਰ ਤੋਂ ਪੱਤ ਖੱਟ ਗਏ। ਕਿਉਂਕਿ ਗੁਰਬਾਣੀ ਵਿੱਚ ਪੱਤ ਸ਼ਬਦ ਕਈ ਅਰਥਾਂ ਵਿੱਚ ਆਉਂਦਾ। ਪੱਤ ਇੱਜ਼ਤ ਲਈ ਵੀ ਆਉਂਦਾ, ਤੇ ਪੱਤ ਪਤੀ ਲਈ ਵੀ ਆਉਂਦਾ। ਤੇ ਜਿੱਥੇ ਪੱਤ ਦੇ ਤੱਤੇ ਨੂੰ ਔਂਕੜ ਹੋਵੇ, ਉਹ ਪਾਤਰ ਬਰਤਨ ਲਈ ਵੀ ਆਉਂਦਾ। ਤੇ ਜਿੱਥੇ ਪੱਤ ਦਾ ਤੱਤਾ ਮੁਕਤਾ ਹੋਵੇ, ਉੱਥੇ ਪੱਤਰਾਂ ਦੀ ਗੱਲ ਹੈ। ਤੋ ਇੱਥੇ ਪ੍ਰਕਰਨ ਦੇ ਮੁਤਾਬਕ ਪੱਤ ਦਾ ਅਰਥ ਇੱਜ਼ਤ। ਬੀਓ ਬੀਜ ਪੱਤ ਲੈ ਗਏ। ਜਿਨ੍ਹਾਂ ਨੇ ਭਾਈ ਨਾਮ ਰੂਪੀ ਬੀਜ ਬੀਜਿਆ, ਇੱਕ ਮਨ ਇੱਕ ਚਿੱਤ ਹੋ ਕੇ ਬੀਜੇ, ਉਹ ਤੇ ਸੋਭਾ ਖੱਟ ਕੇ ਗਏ। ਉਹਨਾਂ ਦੀ ਸੋਭਾ ਰਹਿੰਦੀ ਦੁਨੀਆ ਤੀਕਰ ਰਹੇ। ਅਬ ਕਿਉਂ ਉਗਵੈ ਦਾਲ। ਅਬ ਕਿਉਂ, ਹੁਣ ਕਿਉਂ ਉਗਵੈ, ਉਗੇਗੀ ਦਾਲ, ਕਿਵੇਂ ਉਗੇਗੀ? ਭਾਵ ਇਤਨੀ ਦੁਫਾੜ ਹੋ ਗਈ, ਇਤਨਾ ਦੋ ਚਿਤਾਪਨ ਹੋ ਗਈ। ਨਾ ਗੁਰੂ ਤੇ ਭਰੋਸਾ, ਨਾ ਵਾਹਿਗੁਰੂ ਦਾ ਨਾਮ ਸਿਮਰਨ, ਸਭ ਕੁਝ ਗੁਆਚ। ਹੁਣ ਦਾਲ ਕਿਵੇਂ ਉਗੇਗੀ? ਫਿਰ ਪਾਤਸ਼ਾਹ ਨੇ ਫੈਸਲਾ ਦਿੱਤਾ, ਜੇ ਇੱਕ ਹੋਏ ਤਾਂ ਉਗਵੇ। ਹੁਣ ਸਾਧ ਦੇ ਇੱਕ ਕੱਕੇ ਨੂੰ ਔਂਕੜ ਨਾਲ ਮੈਂ ਤੇ ਕੁਰਬਾਨ ਜਾਨਾ ਗੁਰੂ ਅਰਜਨ ਦੇਵ ਜੀ ਤੋਂ, ਮੈਂ ਕੁਰਬਾਨ ਜਾਨਾ ਭਾਈ ਗੁਰਦਾਸ ਜੀ ਤੋਂ, ਜਿਨ੍ਹਾਂ ਨੇ ਗੁਰਬਾਣੀ ਨੂੰ ਲਿਖਿਆ ਤੇ ਗੁਰਬਾਣੀ ਦੀਆਂ ਲਗਾਂ ਮਾਤਰਾਂ ਦੀ ਵਰਤੋਂ ਕਰਕੇ ਸਾਨੂੰ ਸੋਝੀ ਪ੍ਰਦਾਨ ਕੀਤੀ। ਪਰ ਅਸੀਂ ਇਸ ਪਾਸੇ ਵੀ ਤੁਰਨ ਲਈ ਤਿਆਰ ਨਹੀਂ। ਕਹਿੰਦੇ ਨਹੀਂ ਜੀ, ਗੁਰਬਾਣੀ ਤੇ ਕੋਈ ਲਗਾਂ ਮਾਤਰਾ, ਕੋਈ ਵਿਆਕਰਨਕ ਨਿਯਮ ਨਹੀਂ ਲਾਗੂ ਹੋ ਸਕਦਾ। ਅਰੇ ਬਾਬਾ, ਕਿਆ ਕਰ ਰਹੇ? ਇਹੀ ਇੱਕ ਕੱਕਾ ਮੁਕਤਾ ਵੀ ਹੈ, ਇਹੀ ਇੱਕ ਦੇ ਕੱਕੇ ਨੂੰ ਸਿਆਰੀ ਵੀ ਹੈ, ਇਹੀ ਇੱਕ ਦੇ ਕੱਕੇ ਨੂੰ ਔਂਕੜ ਵੀ। ਕਿਵੇਂ ਅਸੀਂ ਅਰਥ ਕਰਾਂਗੇ ਜੇ ਲਗਾ ਮਾਤਰਾ ਨਹੀਂ ਸਮਝਾਂਗੇ? ਇੱਥੇ ਹੁਣ ਇੱਕ ਦਾ ਮਤਲਬ ਹੈ ਸਾਬਤ। ਜੇ ਇੱਕ ਹੋਏ ਤਾਂ ਉਗਵੇ। ਐਸੀ ਮਿਸਾਲ ਦਿੱਤੀ ਹੈ ਮਹਾਰਾਜ ਨੇ ਜਿਹਨੂੰ ਕੋਈ ਦੁਨੀਆ ਦੀ ਤਾਕਤ ਚੈਲੰਜ ਨਹੀਂ ਕਰ ਸਕਦੀ, ਔਰ ਕੋਈ ਇਹ ਬੰਦਾ ਕਹਿ ਨਹੀਂ ਸਕਦਾ ਜੀ ਮੈਨੂੰ ਸਮਝ ਨਹੀਂ ਆਈ। ਕਿਸੇ ਦੀ ਸਮਝਣ ਦੀ ਨੀਅਤ ਹੋਵੇ
ਤੇ ਫਿਰ ਤੇ ਸਮਝ ਆ ਜਾਏ। ਤੇ ਜਾਣ ਬੁੱਝ ਕੇ ਕੋਈ ਅੱਖਾਂ ਮੀਚ ਲੈ ਮਚਲਾ ਹੋ ਜਾਏ, ਉਹਨੂੰ ਨਹੀਂ ਸਮਝ ਆ ਸਕਦਾ। ਮਹਾਰਾਜ ਨੇ ਕਿਹਾ ਜੇ ਇੱਕ ਹੋਏ ਤਾਂ ਉਗਵੈ, ਜੇ ਦਾਣਾ ਸਾਬਤ ਹੋਵੇ, ਜੇ ਅੰਦਰ ਦੋ ਚਿਤਾਪਨ ਨਾ ਹੋਵੇ, ਜੇ ਅੰਦਰਲਾ ਦੋ ਫਾੜ ਨਾ ਹੋਇਆ ਹੋਵੇ, ਫਿਰ ਉਹ ਦਾਣਾ ਉਗਦਾ। ਦੂਸਰੀ ਗੱਲ, ਰੁੱਤੀ ਹੂੰ ਰੁੱਤ ਹੋਏ, ਰੁੱਤਾਂ ਵਿੱਚ ਸਹੀ ਰੁੱਤ ਵੀ ਹੋਵੇ, ਕਿਉਂਕਿ ਆਨ ਰੁੱਤੀ ਆਨ ਬੋਈਏ ਫਲ ਨਾ ਫੂਲੇ ਤਾਂ ਹੈ। ਸਾਡੇ ਸਿਆਣਿਆਂ ਨੇ ਦੋ ਫਸਲਾਂ ਦੇ ਨਾਮ ਰੱਖ ਲਏ, ਇੱਕ ਸਾਉਣੀ ਦੀ ਫਸਲ, ਇੱਕ ਹਾੜੀ ਦੀ ਫਸਲ। ਹਾੜੀ ਵਾਲੀ ਹਾੜੀ ਵਿੱਚ ਬੀਜੀ ਜਾਂਦੀ ਹੈ ਤੇ ਪ੍ਰਫੁੱਲਤ ਹੁੰਦੀ ਹੈ, ਸਾਉਣੀ ਵਾਲੀ ਸਾਉਣੀ ਵਿੱਚ ਬੀਜੀ ਜਾਂਦੀ ਹੈ ਤੇ ਪ੍ਰਫੁੱਲਤ ਹੁੰਦੀ। ਪਰ ਜੇ ਸਾਉਣੀ ਵਾਲੀ ਹਾੜੀ ਵਿੱਚ, ਹਾੜੀ ਵਾਲੀ ਸਾਉਣੀ 'ਚ ਬੀਜ, ਉਹ ਪ੍ਰਫੁੱਲਤ ਨਹੀਂ ਹੁੰਦੀ, ਬੀਜਣ ਵਾਲੇ ਦੇ ਪੱਲੇ ਕੱਖ ਨਹੀਂ ਪੈਂਦਾ। ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂੰ ਰੁੱਤ ਹੋਏ। ਕਿਹੜੀ ਗੱਲ ਹੈ ਜਿਹੜੀ ਪਾਤਸ਼ਾਹ ਨੇ ਨਹੀਂ ਸਮਝਾਈ? ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂੰ ਰੁੱਤ ਹੋਏ। ਭਾਈ ਅੰਮ੍ਰਿਤ ਵੇਲਾ ਵੀ ਹੋਵੇ, ਬਾਬੇ ਕੋਲੋਂ ਪੁੱਛ ਲਓ, ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ, ਮੋਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ। ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ। ਮੈਂ ਖੁਦ ਦੇਖਦਾ ਹਾਂ, ਗ੍ਰਸਤੀ ਹੋਣ ਦੇ ਨਾਤੇ ਕਈ ਵਾਰੀ ਅੰਮ੍ਰਿਤ ਵੇਲਾ ਅੱਗੇ ਪਿੱਛੇ ਹੋ ਜਾਏ, ਚਿੱਤ ਵਿੱਚ ਪ੍ਰਭਾਵ ਤੇ ਬੜਾ ਹੁੰਦਾ ਕਿ ਅੱਜ ਨਿਤਨੇਮ ਨਹੀਂ ਕੀਤਾ। ਜੇ ਅੱਗੇ ਪਿੱਛੇ ਨਿਤਨੇਮ ਕਰਨ ਦਾ ਯਤਨ ਵੀ ਕਰੀਏ ਤੇ ਮਨ ਨਹੀਂ ਜੁੜਦਾ। ਭਾਵ ਅੰਮ੍ਰਿਤ ਵੇਲਾ ਜਿਹੜਾ ਉਹ ਬੜੀ ਵਧੀਆ ਰੁੱਤ ਹੈ, ਉਦੋਂ ਇੱਕ ਮਨ ਇੱਕ ਚਿੱਤ ਹੋ ਕੇ ਪਾਠ ਕੀਤਾ ਜਾਏ, ਉਹਦਾ ਰਸ ਬੜਾ ਹੁੰਦਾ। ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂੰ ਰੁੱਤ ਹੋਏ। ਜੇ ਸਾਬਤ ਹੋਵੇ ਤੇ ਫਿਰ ਉਗ ਸਕਦਾ, ਤੇ ਰੁੱਤਾਂ ਵਿੱਚ ਰੁੱਤ ਵੀ ਹੋਵੇ। ਭਾਵ ਅੰਮ੍ਰਿਤ ਵੇਲਾ ਹੋਵੇ ਤੇ ਇੱਕ ਮਨ ਇੱਕ ਚਿੱਤ ਹੋ ਕੇ ਨਾਮ ਜਪਿਆ ਜਾਏ, ਨਿਤਨੇਮ ਕੀਤਾ ਜਾਏ, ਬਾਣੀ ਪੜ੍ਹੀ ਜਾਏ। ਹੁਣ ਮਹਾਰਾਜ ਅਗਲੀਆਂ ਪੰਕਤੀਆਂ ਤਿੰਨਾਂ ਵਿੱਚ ਦੂਜਾ ਪੱਖ ਸਮਝੋ। ਨਾਨਕ ਪਾਹੈ ਬਾਹਰਾ, ਕੋਰੇ ਰੰਗ ਨ ਸੋਏ। ਨਾਨਕ ਜੀ ਫਰਮਾਉਂਦੇ ਹਨ ਪਾਹੈ ਬਾਹਰ। ਇਹ ਠੀਕ ਹੈ ਕਿ ਅੱਜ ਕਈ ਤਰੀਕੇ ਬਦਲ ਗਏ। ਅੱਜ ਹੁਣ ਰੈਡੀਮੇਡ ਰੰਗਦਾਰ ਕੱਪੜੇ, ਪੱਗਾਂ, ਦਸਤਾਰਾਂ ਆਉਂਦੀਆਂ, ਪਰ ਪਹਿਲਾਂ ਲਲਾਰੀ ਹੁੰਦੇ ਸਨ, ਉਹਨਾਂ ਕੋਲ ਲੋਕੀ ਪੱਗਾਂ ਰੰਗਾਉਂਦੇ ਸਨ। ਮੈਂ ਤੇ ਖੈਰ ਕਦੇ ਨਹੀਂ ਰੰਗਾਈ, ਪਰ ਰੰਗਾਉਣ ਵਾਲਿਆਂ ਨੂੰ ਦੇਖਿਆ ਕਿ ਉਹ ਜਾਂ ਤੇ ਪੱਗ ਆਪ ਘਰੋਂ ਧੋ ਕੇ ਲਿਆਉਂਦੇ, ਜਾਂ ਫਿਰ ਉਹ ਲਲਾਰੀ ਨੂੰ ਧੋਣੀ ਪੈਂਦੀ ਸੀ, ਕਿਉਂਕਿ ਉਸ ਪੱਗ ਦੇ ਵਿੱਚ ਕੋਰਾਪਨ ਹੁੰਦਾ ਸੀ। ਉਹ ਜਿਹੜਾ ਕੋਰਾਪਨ ਹੈ ਉਹ ਰੰਗ ਨੂੰ ਪਕੜ ਨਹੀਂ ਕਰਨ ਦਿੰਦਾ। ਸਾਡੇ ਅੰਦਰ ਵੀ ਅੱਜ ਕੋਰਾਪਨ ਬਹੁਤ ਆ ਗਿਆ, ਕਿਸੇ ਦੀ ਗੱਲ ਸਹਿਣ ਕਰਨ ਲਈ ਤਿਆਰ ਨਹੀਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੇ ਨਾਮ ਦਾ ਰੰਗ ਚੜ੍ਹਨਾ ਚਾਹੁੰਦੇ ਤੇ ਫਿਰ ਸਾਨੂੰ ਪਾਹੇ ਦੀ ਵਰਤੋਂ ਕਰਨੀ ਪਏ। ਪਾਹਾ ਕੀ ਹੁੰਦਾ? ਇਹਨੂੰ ਲਾਗ ਕਹਿੰਦੇ ਨੇ, ਤੇ ਕੱਪੜੇ ਨੂੰ ਪਹਿਲਾਂ ਲਾਗ ਦਿੱਤੀ ਜਾਂਦੀ, ਉਹਦੇ ਅੰਦਰੋਂ ਉਹ ਸਾਰਾ ਕੋਰਾਪਨ ਕੱਢਿਆ ਜਾਂਦਾ ਤੇ ਫਿਰ ਉਹਨੂੰ ਰੰਗ ਜਿਹੜਾ ਨੇ ਚੰਗਾ ਪੱਕਾ ਚੜ੍ਹਦਾ। ਮਹਾਰਾਜ ਕਹਿੰਦੇ ਨੇ ਨਾਨਕ ਪਾਹੈ ਬਾਹਰਾ, ਕੋਰੇ ਰੰਗ ਨ ਸੋਏ। ਕੋਰੇ ਕੱਪੜੇ ਨੂੰ ਰੰਗ ਨਹੀਂ ਚੜ੍ਹ ਸਕਦਾ।
ਭਾਵੇਂ ਲੱਖ ਯਤਨ ਕਰ, ਉਹਦੇ ਉੱਤੇ ਵਧੀਆ ਰੰਗ ਨਹੀਂ ਚੜ੍ਹੇਗਾ, ਨਹੀਂ ਟਿਕੇ। ਹੁਣ ਇੱਥੇ ਕਿਵੇਂ ਮਿਸਾਲ ਚੁੱਕੇ? ਭਾਈ ਪਹਿਲਾਂ ਆਪਣੇ ਮਨ ਰੂਪੀ ਕੱਪੜੇ ਨੂੰ ਗੁਰੂ ਦੇ ਪਰਮੇਸ਼ਵਰ ਦੇ ਡਰ ਵਿੱਚ ਲਿਆਉਣਾ ਪਏ। ਅੱਜ ਲੋਕਾਂ ਦਾ ਡਰ ਮੁੱਕ ਗਿਆ। ਕਤਲ ਕਰਦਿਆਂ ਨਹੀਂ ਦੇਰ ਕਰਦੇ, ਭੈੜੇ ਕੰਮ ਕਰਦਿਆਂ ਨਹੀਂ ਦੇਰ, ਡਰ ਹੀ ਕੋਈ ਨਹੀਂ ਰਿਹਾ। ਅੱਗੇ ਲੋਕ ਰੱਬ ਤੋਂ ਡਰਦੇ ਸੀ। ਉਹ ਜਿਹੜਾ ਰੱਬ ਦਾ ਡਰ ਹੈ ਉਹ ਹੀ ਅਸਲ ਪਾਹ ਹੈ। ਉਹ ਮਨ ਵਿੱਚ ਕੋਰਾਪਨ ਨਹੀਂ ਆਉਣ ਦਿੰਦਾ। ਸੇਵਾ ਕਰਨ ਵਾਲੇ, ਸਿਮਰਨ ਕਰਨ ਵਾਲੇ ਕੋਰੇ ਨਹੀਂ ਹੁੰਦੇ। ਉਹਨਾਂ ਵਿੱਚ ਨਿਮਰਤਾ ਹੁੰਦੀ, ਉਹਨਾਂ ਵਿੱਚ ਮਿਠਾਸ ਹੁੰਦੀ। ਉਹ ਤੇ ਇੱਕ ਦੂਜੇ ਨੂੰ ਗੱਲ ਸਮਝਾਉਣ ਲਈ ਤਤਪਰ ਰਹਿੰਦੇ। ਪਰ ਹੁਣ ਕੀ ਹੋ ਰਿਹਾ? ਤੇ ਬਾਬਾ ਨਾਨਕ ਜੀ ਠੀਕ ਕਹਿ ਰਹੇ, ਇਹਨਾਂ ਤੇ ਨਾਮ ਦਾ ਰੰਗ, ਬਾਣੀ ਦਾ ਰੰਗ ਕਦੇ ਨਹੀਂ ਚੜ੍ਹ ਸਕਦਾ। ਨਾਨਕ ਪਾ ਹੈ ਬਾਹਰਾ। ਇਹ ਜਿਹੜਾ ਪਰਮਾਤਮਾ ਦਾ ਡਰ ਹੈ ਇਹ ਬੜਾ ਜ਼ਰੂਰੀ। ਇਹ ਸਾਨੂੰ ਭੈੜੇ ਕੰਮਾਂ ਤੋਂ ਰੋਕਦਾ। ਨਾਨਕ ਪਾ ਹੈ ਬਾਹਰਾ, ਕੋਰੇ ਰੰਗ ਨ ਸੋਏ। ਉਹ ਪੱਕਾ ਰੰਗ ਉਹਨਾਂ ਤੇ ਨਹੀਂ ਚੜ੍ਹਦਾ ਜਿਨ੍ਹਾਂ ਦਾ ਮਨ ਕੋਰਾ ਹੈ, ਜਿਹੜੇ ਹੰਕਾਰੀ ਨੇ, ਜਿਹੜੇ ਗੁਰਮੁਖਾਈ ਤਰੀਕਾ ਵਰਤਣ ਲਈ ਤਿਆਰ ਹੀ ਨਹੀਂ ਹੈ। ਫਿਰ ਮਹਾਰਾਜ ਦੱਸੋ ਕਿਵੇਂ ਕਰੀਏ? ਕਹਿੰਦੇ ਭੈ ਵਿੱਚ ਖੁੰਬ ਚੜਾਈਏ। ਛੋਟੇ ਹੁੰਦਿਆਂ ਇਹ ਸ਼ਬਦ ਆਮ ਸੁਣੀਦਾ, ਕਿਉਂਕਿ ਘਰਾਂ ਵਿੱਚ ਬੀਬੀਆਂ ਖੱਡੀ ਉੱਤੇ ਖੱਦਰ ਬੁਣਦੀਆਂ ਸਨ, ਕੱਪੜਾ ਬੁਣਦੀਆਂ, ਅਤੇ ਉਹਨਾਂ ਨੂੰ ਕਈ ਮਹੀਨੇ ਲੱਗ ਜਾਂਦੇ ਸੀ ਇੱਕ ਥਾਨ ਨੂੰ ਪੂਰਾ ਕਰਦੇ, ਅਤੇ ਉਹਦੇ 'ਚ ਮਿੱਟੀ ਘੱਟਾ ਪੈ ਜਾਂਦਾ ਸੀ, ਉਹ ਮੈਲਾ ਹੋ ਜਾਂਦਾ। ਫਿਰ ਕਹਿੰਦੀਆਂ ਇਹਨੂੰ ਧੋਬੀ ਨੂੰ ਦਿਓ, ਖੁੰਬ ਚੜਾਓ। ਉਹ ਫਿਰ ਧੋਬੀ ਉਹਨੂੰ ਪਾ ਦਿੰਦਾ ਸੀ, ਭੱਠੀ 'ਤੇ ਚਾੜ ਦਿੰਦਾ। ਕੁਝ ਉਹਦੇ ਵਿੱਚ ਸੋਡਾ ਸਾਡਾ ਜੋ ਵੀ ਉਹਨਾਂ ਦਾ ਤਰੀਕਾ ਸੀ। ਫਿਰ ਉਹਨੂੰ ਲਿਜਾ ਕੇ ਪਾਣੀ ਦੇ ਕੰਢੇ ਪੱਥਰਾਂ ਦੇ ਉੱਤੇ ਪਟਕਾ ਕੇ ਮਾਰਨਾ। ਫਿਰ ਉਹੀ ਖੱਦਰ ਖੁੰਬ ਵਰਗਾ ਚਿੱਟਾ ਹੋ ਜਾਂਦਾ ਸੀ। ਉਹਨੂੰ ਕਹਿੰਦੇ ਖੁੰਬ ਚੜਾਉਣਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਸ ਮਨ ਨੂੰ ਭੈ ਵਿੱਚ ਖੁੰਬ ਚੜਾਈਏ। ਗੁਰੂ ਪਰਮੇਸ਼ਵਰ ਦੇ ਡਰ ਵਿੱਚ ਰੱਖ ਕੇ ਇਹਨੂੰ ਖੁੰਬ ਚੜਾਉਣੀ। ਸ਼ਰਮ ਪਾ ਤਨ ਹੋਏ। ਸ਼ਰਮ ਦਾ ਇੱਥੇ ਮਰਤ ਕੋਈ ਸ਼ਰਮ ਦੀ ਗੱਲ ਨਹੀਂ, ਮਿਹਨਤ ਦੀ ਗੱਲ। ਫਿਰ ਉਦਮ ਕੀਤਾ ਜਾਏ, ਫਿਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹੀ ਜਾਏ। ਇਹ ਹੈ ਤਰੀਕਾ। ਭੈ ਵਿੱਚ ਖੁੰਬ ਚੜਾਈਏ, ਸ਼ਰਮ ਪਾ ਤਨ ਹੋਏ। ਨਾਨਕ ਭਗਤੀ ਜੇ ਰਪੈ। ਨਾਨਕ ਭਗਤੀ ਜੇ ਰਪੈ, ਕੂੜੈ ਸੋਏ ਨ ਕੋਏ। ਉਹਦੇ ਨੇੜੇ ਝੂਠ ਦੀ ਫਿਰ ਖਬਰ ਵੀ ਨਹੀਂ ਆਉਂਦੀ। ਉਹਦੇ ਨੇੜੇ ਕੋਈ ਲੇਪਤਾ ਛੇਪਤਾ ਨਹੀਂ, ਜਿਹੜਾ ਹਰ ਵੇਲੇ ਪਰਮਾਤਮਾ ਦੇ ਰੰਗ ਵਿੱਚ ਰੰਗਿਆ। ਤੋ ਪਾਤਸ਼ਾਹ ਨੇ, ਮੈਂ ਤੇ ਹਮੇਸ਼ਾ ਕਹਿੰਦਾ, ਆਸਾ ਕੀ ਵਾਰ ਦੀ ਬਾਣੀ ਗੁਰੂ ਕੇ ਸਿੱਖ ਲਈ। ਜਿੱਥੇ ਹੋਰ ਬਾਣੀਆਂ ਜ਼ਰੂਰੀ ਨੇ, ਇਹ ਨਹੀਂ ਮੈਂ ਕਹਿੰਦਾ ਵੀ ਨਾ ਪੜ੍ਹੋ, ਕਿਉਂਕਿ ਨਿਤਨੇਮ ਤੇ ਜ਼ਰੂਰੀ ਹੈ, ਪਰ ਆਸਾ ਕੀ ਵਾਰ ਦੀ ਵਿਚਾਰ ਵੀ ਬੜੀ ਜ਼ਰੂਰੀ। ਦੇਖੋ ਹੁਣ ਇਸ ਸ਼ਲੋਕ ਦੇ ਅੰਦਰ 6 ਪੰਕਤੀਆਂ ਨੇ, ਪਰ ਕਿਤਨਾ ਡੂੰਘਾ ਭੇਤ ਗੁਰੂ ਨੇ ਸਮਝਾਇਆ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂੰ ਰੁੱਤ ਹੋਏ। ਨਾਨਕ ਪਾਹੈ ਬਾਹਰਾ, ਕੋਰੇ ਰੰਗ ਨ ਸੋਏ। ਭੈ ਵਿੱਚ ਖੁੰਬ ਚੜਾਈਏ, ਸ਼ਰਮ ਪਾਹ ਤਨ ਹੋਏ। ਨਾਨਕ ਭਗਤੀ ਜੇ ਰਪੈ,
कूड़ै सोए न कोई। कुर्बान जाइए गुरु नानक देव सच्चे पातशाह तो, जिन्हां ने जो बचन कहे उदों भी ते अज भी साडे लई बड़े सार्थक हन, बड़े भावपूर्त हन, बड़े जीवन विच बदलाव लियाउण वाले हन। आओ गुरमुखो बाणी दी विचार तो प्रेरित हो के अपने जीवन नूं सवारना करिए। वाहिगुरु जी का खालसा, वाहिगुरु जी की फतेह।